ਜਿਹਾ ਸਤਿਗੁਰ ਨੂੰ ਜਾਣੈ ਤਿਹੋ ਹੋਵੈ, ਤਾਂ ਸੱਚ ਨਾਮ ਲਿਵ ਲਾਗੈ। ਲੋ ਹਜ਼ੂਰ ਕਹਿੰਦੇ ਨੇ ਸਤਿਗੁਰੂ ਤਾਂ ਕਾਲੋ ਬਿਰਸ਼ ਹੈ। ਜਿਹਾ ਸਤਿਗੁਰ ਨੂੰ ਜਾਣੈ, ਜਿਹੋ ਜਿਹਾ ਕੋਈ ਸਤਿਗੁਰੂ ਨੂੰ ਜਾਣਦਾ ਹੈ ਤਿਹੋ ਹੋਵੈ, ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੁੰਦਾ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖਿਆ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਜਿਹੋ ਜਿਹੀ ਅਸੀਂ ਗੁਰੂ ਤੇ ਭਾਵਨਾ ਕਰਦੇ ਹਾਂ, ਜਿਹਾ ਸਤਿਗੁਰ ਨੂੰ ਜਾਣੈ ਤਿਹੋ ਹੋਵੇ। ਜਿਹੋ ਜਿਹਾ ਅਸੀਂ ਸਤਿਗੁਰੂ ਨੂੰ ਜਾਣਦੇ ਹਾਂ ਉਹੋ ਜਿਹਾ ਫਲ ਪ੍ਰਾਪਤ ਹੋ ਜਾਂਦਾ। ਤਾਂ ਸੱਚ ਨਾਮ ਲਿਵ ਲੱਗੈ, ਤੇ ਫਿਰ ਗੁਰੂ ਦੀ ਮਿਹਰ ਦੇ ਨਾਲ ਸੱਚੇ ਨਾਮ ਦੇ ਵਿੱਚ ਉਸ ਦੀ ਲਿਵ ਲੱਗ ਜਾਂਦੀ ਹੈ। ਨਾਨਕ ਨਾਮ ਮਿਲੈ ਵਡਿਆਈ, ਹਰ ਦਰ ਸੋਹਨ ਆਗੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਨਾਮ ਦੁਆਰਾ ਹੀ ਲੋਕ ਤੇ ਪਰਲੋਕ ਦੀ ਵਡਿਆਈ ਮਿਲਦੀ ਹੈ। ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਹਰ ਦਰ ਸੋਹਣ ਆਗੇ, ਉਹ ਅੱਗੇ ਜਾ ਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸ਼ੋਭਾ ਪ੍ਰਾਪਤ ਕਰਦੇ ਹਨ। ਰੇ ਰੇ ਦਰਗਹਿ ਕਹੈ ਨ ਕੋਊ, ਆਓ ਬੈਠ ਆਦਰ ਸ਼ੁਭ ਦਿਓ। ਐਸਾ ਉਹਨਾਂ ਨੂੰ ਮਹਾਨ ਦਰਗਾਹੀ ਮਾਨ ਸਨਮਾਨ ਪ੍ਰਾਪਤ ਹੁੰਦਾ ਹੈ। ਪੌੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ, ਗੁਰ ਪੂਜਣ ਆਵੈ ਹੈ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਸਿੱਖਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਹੁੰਦੀ ਹੈ। ਗੁਰਮੁਖ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ। ਗੁਰ ਪੂਜਣ ਆਵੈ ਹੈ, ਇਸ ਲਈ ਉਹ ਗੁਰਸਿੱਖ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਹੁੰਦਾ ਹੈ, ਉਹ ਗੁਰੂ ਨੂੰ ਪੂਜਣ ਵਾਸਤੇ ਆਉਂਦੇ ਨੇ। ਹਰ ਨਾਮ ਵਣੰਜਹਿ ਰੰਗ ਸਿਉ, ਲਾਹਾ ਹਰ ਨਾਮ ਲੈ ਜਾਵੈ ਹੈ। ਹਰ ਨਾਮ ਵਣੰਜਹਿ ਰੰਗ ਸਿਉ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਦੇ ਨਾਲ ਵਣਜਦੇ ਨੇ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਉਹ ਗੁਰਮੁਖ ਪ੍ਰੇਮ ਦੇ ਨਾਲ ਨਾਮ ਦਾ ਵਪਾਰ ਕਰਦੇ ਹਨ। ਲਾਹਾ ਹਰ ਨਾਮ ਲੈ ਜਾਵੇ ਹੈ, ਤੇ ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦਾ ਲਾਹਾ ਲੈ ਕੇ ਅੱਗੇ ਪਰਲੋਕ ਨੂੰ ਵੀ ਜਾਂਦੇ ਹਨ। ਗੁਰਸਿੱਖਾਂ ਕੇ ਮੁਖ ਉਜਲੇ, ਹਰ ਦਰਗਹਿ ਭਾਵੈ ਹੈ। ਉਹਨਾਂ ਗੁਰਸਿੱਖਾਂ ਦੇ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਮੁਖ ਉਜਲੇ ਹੁੰਦੇ ਹਨ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿਉਂ ਹਰ ਦਰਗਹਿ ਭਾਵੈ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪਾ ਜਾਂਦੇ ਨੇ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪਸੰਦ ਆ ਜਾਂਦੇ ਹਨ। ਗੁਰ ਸਤਿਗੁਰ ਬੋਹਲ ਹਰ ਨਾਮ ਕਾ, ਵਡਭਾਗੀ ਸਿੱਖ ਗੁਣ ਸਾਂਝ ਕਰਾਵੈ ਹੈ। ਗੁਰ ਸਤਿਗੁਰ ਪੂਜਨੀਕ ਸਤਿਗੁਰੂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਬੋਹਲ ਹੈ। ਬੋਹਲ ਕਹਿੰਦੇ ਨੇ ਅੰਨ ਦੇ ਢੇਰ ਨੂੰ, ਕਹਿੰਦੇ ਉੱਥੇ ਵੀ ਬੋਹਲ ਲੱਗਿਆ ਹੋਇਆ। ਇੱਥੇ ਬੋਹਲ ਦਾ ਅਰਥ ਹੈ ਅੰਬਾਰ, ਬੋਹਲ ਦਾ ਅਰਥ ਹੈ ਭੰਡਾਰ। ਗੁਰ ਸਤਿਗੁਰ ਬੋਹਲ ਹਰ ਨਾਮ ਕਾ, ਬਈ ਵੱਡਾ ਸਤਿਗੁਰੂ ਪੂਜਨੀਕ ਸਤਿਗੁਰੂ ਵਾਹਿਗੁਰੂ ਦੇ ਨਾਮ ਦਾ ਅੰਬਾਰ ਹੈ, ਵਾਹਿਗੁਰੂ ਦੇ ਨਾਮ ਦਾ ਭੰਡਾਰ ਹੈ। ਵਡਭਾਗੀ ਸਿੱਖ ਗੁਣ ਸਾਂਝ ਕਰਾਵੇ, ਤੇ ਜਿਹੜੇ ਵਡਭਾਗੀ ਗੁਰਸਿੱਖ ਨੇ ਬਈ ਉਹ ਸਤਿਗੁਰੂ ਦੇ ਨਾਲ ਜਾ ਕੇ ਗੁਣਾਂ ਦੀ ਸਾਂਝ ਕਰਦੇ ਹਨ। ਤਿੰਨਾਂ ਗੁਰਸਿੱਖਾਂ ਕਉ ਹਉ ਵਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ ਹੈ। ਅਸੀਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ ਜੋ ਬਹਿੰਦਿਆਂ ਵੀ ਤੇ ਉੱਠਦਿਆਂ ਵੀ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਜਿਨ੍ਹਾਂ ਦੀ ਐਸੀ ਅਵਸਥਾ ਬਣੀ ਹੋਈ ਹੈ, ਅਸੀਂ ਉਹਨਾਂ ਗੁਰਮੁਖਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਸ਼ਲੋਕ ਮਹੱਲਾ ਤੀਜਾ। ਨਾਨਕ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਇਹ ਨਾਮ ਦਾ ਖਜ਼ਾਨਾ ਕਿਵੇਂ ਸਾਨੂੰ ਮਿਲ ਸਕਦਾ ਹੈ। ਤਾਂ ਹਜ਼ੂਰ ਫਰਮਾਉਂਦੇ ਨੇ, ਨਾਨਕ ਨਾਮ ਨਿਧਾਨ ਹੈ। ਗੁਰਮੁਖੋ ਵਾਹਿਗੁਰੂ ਦਾ ਨਾਮ ਇੱਕ ਬਹੁਤ ਵੱਡਾ ਖਜ਼ਾਨਾ ਹੈ।
ਗੁਰਮੁਖ ਪਾਇਆ ਜਾਏ, ਪਰ ਇਹ ਗੁਰੂ ਦੀ ਮਿਹਰ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ। ਉਹ ਨਾਮ ਦਾ ਖਜ਼ਾਨਾ ਹੈ ਤੇ ਭਾਵੇਂ ਸਾਰਿਆਂ ਦੇ ਅੰਦਰ, ਪਰ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਮਨਮੁਖ ਘਰ ਹੁੰਦੀ ਵਥ ਨਾ ਜਾਣਨੀ, ਅੰਧੇ ਭੌਕ ਮੋਏ ਬਿਲ ਲਾਏ। ਜਿਹੜੇ ਮਨਮੁਖ ਲੋਕ ਨੇ, ਆਪਣੇ ਘਰ ਦੇ ਵਿੱਚ ਹੀ ਜਿਹੜੀ ਵਸਤੂ ਹੁੰਦੀ ਹੈ ਉਹਨੂੰ ਵੀ ਉਹ ਜਾਣਦੇ ਨਹੀਂ, ਕਿਉਂਕਿ ਨਾਮ ਦੀ ਵਸਤੂ ਸਭ ਦੇ ਅੰਦਰ ਵਾਹਿਗੁਰੂ ਨੇ ਰੱਖੀ ਹੋਈ ਹੈ। ਪਰ ਮਨਮੁਖ ਲੋਕ ਘਰ ਦੇ ਵਿੱਚ ਹੁੰਦੀ ਨਾਮ ਰੂਪੀ ਵਸਤੂ ਨੂੰ ਜਾਣਦੇ ਹੀ ਨਹੀਂ। ਅੰਧੇ ਭੌਕ ਮੋਏ ਬਿਲ ਲਾਏ, ਉਹ ਅੰਨੇ ਭੌਂਕ ਭੌਂਕ ਕੇ ਵਿਰਲਾਪ ਕਰ ਕਰਕੇ ਮਰ ਜਾਂਦੇ ਨੇ ਤੇ ਉਹਨਾਂ ਨੂੰ ਨਾਮ ਰੂਪੀ ਵਸਤੂ ਪ੍ਰਾਪਤ ਹੀ ਨਹੀਂ ਹੁੰਦੀ, ਔਰ ਉਹ ਕੁੱਤਿਆਂ ਵਾਂਗੂ ਭੌਂਕ ਭੌਂਕ ਕੇ ਰੋ ਰੋ ਕੇ ਮਰ ਜਾਂਦੇ ਹਨ। ਮਹੱਲਾ ਤੀਜਾ। ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਇਹ ਜਿਹੜੀ ਸਾਡੀ ਦੇਹ ਹੈ ਇਹ ਕਿਵੇਂ ਪਵਿੱਤਰ ਹੋ ਸਕਦੀ ਹੈ? ਤਾਂ ਹਜ਼ੂਰ ਫਰਮਾਉਂਦੇ ਨੇ, ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ। ਜੋ ਸੱਚੇ ਨਾਮ ਦੀ ਕਮਾਈ ਕਰਕੇ ਤੇ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਗਈ ਹੈ, ਉਹ ਕਾਇਆ ਕੰਚਨ ਵਰਗੀ, ਸੋਨੇ ਵਰਗੀ ਨਿਰਮਲ ਹੋ ਗਈ। ਜੋ ਸੱਚੇ ਨਾਮ ਦੁਆਰਾ ਸੱਚੇ ਵਾਹਿਗੁਰੂ ਦੇ ਨਾਲ ਜੁੜ ਗਈ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਪਾਰਸ ਕਲਾ ਦੇ ਨਾਲ ਉਸ ਗੁਰਮੁਖ ਦੀ ਕਾਇਆ ਕੰਚਨ ਵਰਗੀ ਨਿਰਮਲ ਹੋ ਗਈ। ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਭ੍ਰਮ ਭਉ ਭਾਗੀ। ਲੋ ਉਸ ਗੁਰਮੁਖ ਵਿਅਕਤੀ ਦੇ ਅੰਦਰੋਂ ਗੁਰੂ ਦੀ ਮਿਹਰ ਨਾਲ ਭਰਮ ਤੇ ਭਉ ਡਰ ਵੀ ਭੱਜ ਗਿਆ, ਭਰਮ ਤੇ ਡਰ ਵੀ ਨਾਸ ਹੋ ਗਿਆ। ਨਿਰਮਲ ਜੋਤ ਨਿਰੰਜਨ ਪਾਇਆ ਤੇ ਉਸਨੇ ਨਿਰਮਲ ਜੋਤ ਵਾਲਾ ਨਿਰੰਜਨ ਜੋ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਸੀ ਉਹਨੂੰ ਪ੍ਰਾਪਤ ਕਰ ਲਿਆ, ਕਿਉਂਕਿ ਵਾਹਿਗੁਰੂ ਦੀ ਜੋਤ ਬਹੁਤ ਨਿਰਮਲ ਹੈ। ਹੁਣ ਪੁਰਾਣੇ ਸਮੇਂ ਦੇ ਵਿੱਚ ਲੋਕ ਮਿੱਟੀ ਦੇ ਤੇਲ ਦੇ ਦੀਵੇ ਬਾਲਦੇ ਸਨ ਤੇ ਮਿੱਟੀ ਦੇ ਤੇਲ ਦੀ ਸਮੈਲ ਵੀ ਆਉਂਦੀ ਸੀ। ਜਿਸ ਕਮਰੇ ਦੇ ਵਿੱਚ ਮਿੱਟੀ ਦਾ ਤੇਲ ਬਲ ਰਿਹਾ ਹੋਵੇ ਉਸ ਦਾ ਵਾਤਾਵਰਣ ਵੀ ਅਸ਼ੁੱਧ ਹੁੰਦਾ ਸੀ। ਇਸੇ ਲਈ ਫਿਰ ਜਿਹੜੇ ਸਿਆਣੇ ਸਾਡੇ ਵਿਗਿਆਨੀ ਸਨ ਉਹਨਾਂ ਨੇ ਖੋਜ ਕੀਤੀ ਤੇ ਫਿਰ ਮਿੱਟੀ ਦੇ ਤੇਲ ਤੋਂ ਬਿਨਾਂ ਸਰੋਂ ਦੇ ਤੇਲ ਦੇ ਦੀਵੇ ਬਣਾ ਲਏ, ਦੇਸੀ ਘਿਓ ਦੀਆਂ ਜੋਤਾਂ ਜਗਾਉਣ ਲੱਗ ਪਏ ਤੇ ਹੁਣ ਇਹ ਬਿਜਲੀ ਦਾ ਚਾਨਣ ਹੈ ਜੋ ਬਹੁਤ ਨਿਰਮਲ ਮੰਨਿਆ ਗਿਆ। ਸੂਰਜ ਦੀ ਰੋਸ਼ਨੀ ਸਭ ਤੋਂ ਵੱਧ ਨਿਰਮਲ ਮੰਨੀ ਗਈ ਹੈ ਤੇ ਉਸ ਵਾਹਿਗੁਰੂ ਦੀ ਜੋਤ ਸਭ ਤੋਂ ਨਿਰਮਲ ਹੈ। ਨਿਰਮਲ ਜੋਤ ਨਿਰੰਜਨ ਪਾਇਆ, ਉਹ ਨਿਰਮਲ ਜੋਤ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਉਹਨਾਂ ਗੁਰਮੁਖਾਂ ਨੇ ਪ੍ਰਾਪਤ ਕਰ ਲਿਆ। ਗੁਰਮੁਖ ਭ੍ਰਮ ਭਉ ਭਾਗੀ, ਉਹਨਾਂ ਗੁਰਮੁਖਾਂ ਦੇ ਅੰਦਰੋਂ ਭਰਮ ਤੇ ਭੈ ਨਾਸ ਹੋ ਗਿਆ। ਨਾਨਕ ਗੁਰਮੁਖ ਸਦਾ ਸੁਖ ਪਾਵਹਿ, ਅਨ ਦਿਨ ਹਰਿ ਬੈਰਾਗੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਗੁਰਮੁਖ ਹਮੇਸ਼ਾ ਲਈ ਸੁਖ ਪ੍ਰਾਪਤ ਕਰਦੇ ਹਨ, ਕਿਉਂਕਿ ਦਿਨ ਰਾਤ ਵਾਹਿਗੁਰੂ ਨਾਲ ਜੁੜ ਕੇ ਉਹਨਾਂ ਦੀ ਬਿਰਤੀ ਵੈਰਾਗ ਦੇ ਵਿੱਚ ਰਹਿੰਦੀ ਹੈ। ਦੁਨੀਆ ਵੱਲੋਂ ਹਮੇਸ਼ਾ ਲਈ ਉਦਾਸ ਹੀ ਰਹਿੰਦੇ ਨੇ, ਇਸ ਲਈ ਉਹਨਾਂ ਗੁਰਮੁਖਾਂ ਨੇ ਸदैवी ਸੁਖ, ਆਤਮਕ ਸੁਖ ਪ੍ਰਾਪਤ ਕਰ ਲਿਆ ਹੈ। ਪੌੜੀ ਸੇ ਗੁਰ ਸਿੱਖ ਤਨ ਧਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖ ਵੀ ਜਿਹੜੇ ਗੁਰਸਿੱਖ ਮਾਈ ਭਾਈ ਨੇ, ਸੇ ਗੁਰਸਿੱਖ ਤਨ ਧਨ ਹੈ, ਉਹ ਗੁਰੂ ਦੇ ਸਿੱਖ ਮਨ ਕਰਕੇ, ਸਰੀਰ ਕਰਕੇ ਧਨਤਾ ਯੋਗ ਹਨ। ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਜਿਨ੍ਹਾਂ ਨੇ ਆਪਣੇ ਕੰਨਾਂ ਰਾਹੀਂ, ਬਾਹਰਲੇ ਕੰਨਾਂ ਰਾਹੀਂ ਵੀ ਤੇ ਸ਼ਰਧਾ ਵਿਚਾਰ ਰੂਪੀ ਕੰਨਾਂ ਦੇ ਰਾਹੀਂ ਗੁਰੂ ਉਪਦੇਸ਼ ਨੂੰ ਸਰਵਣ ਕੀਤਾ, ਉਹਨਾਂ ਗੁਰਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਉਹ ਧਨਤਾ ਯੋਗ ਹਨ। ਤਨ ਕਰਕੇ ਮਨ ਕਰਕੇ ਵੀ ਉਹ ਗੁਰਸਿੱਖ ਧਨਤਾ ਯੋਗ ਹੈ, ਜਿਸ ਨੇ ਗੁਰ ਉਪਦੇਸ਼ ਨੂੰ ਆਪਣੇ ਕੰਨਾਂ ਰਾਹੀਂ ਸੁਣਿਆ ਹੈ।
ਗੁਰ ਸਤਿਗੁਰ ਨਾਮ ਦਰੜਾਇਆ, ਤਨ ਹਉਮੈ ਦੁਬਦਾ ਭੰਨੀ। ਪੂਜਨੀਕ ਸਤਿਗੁਰੂ ਨੇ ਉਸ ਗੁਰਸਿੱਖ ਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ, ਭਾਵ ਚੰਗੀ ਤਰ੍ਹਾਂ ਉਹਦੇ ਮਨ ਦੇ ਵਿੱਚ ਨਾਮ ਵਸਾ ਦਿੱਤਾ। ਤਿਨ ਹਉਮੈ ਦੁਬਦਾ ਭੰਨੀ, ਉਸ ਨਾਮ ਨੇ ਉਸ ਗੁਰਮੁਖ ਦੀ ਹਉਮੈ ਤੇ ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਇਸ ਹਉਮੈ ਤੇ ਦੁਬਦਾ ਨੂੰ ਭੰਨ ਦਿੱਤਾ। ਬਿਨ ਹਰ ਨਾਵੈ ਕੋ ਮਿੱਤਰ ਨਾਹੀ, ਵਿਚਾਰ ਡਿਠਾ ਹਰ ਜੰਨੀ। ਲੋ ਹਜ਼ੂਰ ਨੇ ਕਾਵ ਰਚਨਾ ਦੇ ਵਿੱਚ ਜਨੀ ਸ਼ਬਦ ਨੂੰ ਜੰਨੀ ਟਿੱਪੀ ਦੇ ਨਾਲ ਲਿਖਿਆ ਹੈ। ਇਹ ਕਾਵ ਰਚਨਾ ਦਾ ਤੋਲ ਪੂਰਾ ਕਰਨ ਦੇ ਲਈ ਇਹ ਇੱਕ ਕਵੀਆਂ ਦਾ ਨਿਯਮ ਹੈ। ਲਗ ਤੇ ਦੀਰਘ ਹੋਤਾ, ਦੀਰਘ ਤੇ ਲਗ ਹੋਏ, ਉਹਨੂੰ ਵਰਤਿਆ ਹੈ। ਬਿਨ ਹਰ ਨਾਵੈ ਕੋ ਮਿੱਤਰ ਨਾਹੀ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਜਨਾਂ ਨੇ ਵਿਚਾਰ ਕਰਕੇ ਦੇਖਿਆ, ਬਿਨ ਹਰ ਨਾਵੈ ਕੋ ਮਿੱਤਰ ਨਾਹੀ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸੱਚਾ ਮਿੱਤਰ ਨਹੀਂ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਜਿੱਥੇ ਹੋਰ ਕੋਈ ਵਸਤੂ ਸਾਡੇ ਨਾਲ ਨਹੀਂ ਜਾਂਦੀ, ਕੋਈ ਵਿਅਕਤੀ ਵੀ ਸਾਡੇ ਨਾਲ ਨਹੀਂ ਜਾਂਦਾ, ਉੱਥੇ ਵਾਹਿਗੁਰੂ ਦਾ ਨਾਮ ਸਾਡੇ ਨਾਲ ਸਹਾਇਤਾ ਕਰਦਾ ਹੈ। ਜਿਨ੍ਹਾਂ ਗੁਰਸਿੱਖਾਂ ਕਉ ਹਰ ਸੰਤੁਸ਼ਟ ਹੈ, ਤਿਨੀ ਸਤਿਗੁਰ ਕੀ ਗੱਲ ਮੰਨੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਨ੍ਹਾਂ ਗੁਰਸਿੱਖਾਂ ਤੇ ਅਕਾਲ ਪੁਰਖ ਵਾਹਿਗੁਰੂ ਸੰਤੁਸ਼ਟ ਹੋਇਆ ਹੈ, ਸੰਤੁਸ਼ਟ ਦਾ ਅਰਥ ਹੈ ਪ੍ਰਸੰਨ। ਜਿਨ੍ਹਾਂ ਗੁਰਸਿੱਖਾਂ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਇਆ ਹੈ, ਤਿਨੀ ਸਤਿਗੁਰ ਕੀ ਗੱਲ ਮੰਨੀ, ਬਈ ਉਹਨਾਂ ਨੇ ਸਤਿਗੁਰੂ ਦੀ ਗੱਲ ਮੰਨ ਲਈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਅਸੀਂ ਬਾਣੀ ਸੁਣਦੇ ਸਾਰੇ ਹੀ ਹਾਂ, ਗੁਰੂ ਦੀ ਗੱਲ ਸੁਣਦੇ ਸਾਰੇ ਹੀ ਹਾਂ, ਪਰ ਜਿਨ੍ਹਾਂ ਗੁਰਸਿੱਖਾਂ ਤੇ ਵਾਹਿਗੁਰੂ ਪ੍ਰਸੰਨ ਹੋਇਆ ਤੇ ਫਿਰ ਉਹਨਾਂ ਨੇ ਸਤਿਗੁਰੂ ਦੀ ਗੱਲ ਨੂੰ ਮੰਨਿਆ ਹੈ, ਪ੍ਰਵਾਨ ਕੀਤਾ ਹੈ। ਉਹ ਗੁਰੂ ਦੀ ਸਿੱਖਿਆ ਤੇ ਅਮਲ ਵੀ ਕਰਦੇ ਹਨ। ਜੋ ਗੁਰਮੁਖ ਨਾਮ ਤੇ ਆਏਂਦੇ, ਤਿਨ ਚੜੀ ਚਵੱਗਣ ਵੰਨੀ। ਜੋ ਗੁਰਮੁਖ ਗੁਰੂ ਅਨੁਸਾਰੀ ਹੋ ਕੇ, ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਤਿਨ ਚੜੀ ਚਵੱਗਣ ਵੰਨੀ, ਫਿਰ ਉਹਨਾਂ ਨੂੰ ਚੌਗਣੀ ਵੰਨੀ ਦਾ ਅਰਥ ਰੰਗਤ ਚੜ ਜਾਂਦੀ ਹੈ। ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਰੰਗਣ ਚੌਗਣੀ ਚੜ ਜਾਂਦੀ ਹੈ। ਅਥਵਾ ਤਿਨ ਚੜੀ ਚਵੱਗਣ ਵੰਨੀ, ਚਵੱਗਣ ਦਾ ਅਰਥ ਹੈ ਵੀ ਜੋ ਤੁਰਿਆ ਪਦ ਹੈ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨਾ, ਤਿਨ ਹੀ ਪਰਮ ਪਦ ਪਾਇਆ। ਉਹਨਾਂ ਨੂੰ ਚੌਥੇ ਪਦ ਤੁਰਿਆ ਅਵਸਥਾ ਦੀ ਰੰਗਨ ਚੜ ਗਈ ਹੈ। ਸ਼ਲੋਕ ਮਹੱਲਾ ਤੀਜਾ। ਮਨਮੁਖ ਕਾਇਰ ਕਰੂਪ ਹੈ, ਬਿਨ ਨਾਵੈ ਨਕ ਨਾਹੇ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ। ਮਨਮੁਖ ਕਾਇਰ ਕਰੂਪ ਹੈ। ਜਿਹੜਾ ਮਨਮੁਖ ਆਦਮੀ ਹੈ ਕਾਇਰ, ਉਹ ਬੜਾ ਬੋਝਦਿਲ ਹੁੰਦਾ ਹੈ, ਬੜਾ ਕਮਜ਼ੋਰ ਹੁੰਦਾ ਹੈ। ਤੇ ਕਰੂਪ ਹੈ, ਬਈ ਉਹਦਾ ਜਿਹੜਾ ਰੂਪ ਹੈ ਉਹ ਵੀ ਬੜਾ ਕੋਝਾ ਹੁੰਦਾ ਹੈ, ਉਹਦਾ ਚਿਹਰਾ ਵੀ ਬੜਾ ਡਰਾਉਣਾ ਹੁੰਦਾ ਹੈ। ਬਿਨ ਨਾਵੈ ਨਕ ਨਾਹੀ, ਬਿਨਾਂ ਨਾਮ ਤੋਂ ਉਹਦਾ ਨੱਕ ਵੀ ਨਹੀਂ ਹੁੰਦਾ। ਨੱਕ ਤੋਂ ਮੁਰਾਦ ਹੈ ਬਿਨਾਂ ਨਾਮ ਤੋਂ ਕੋਈ ਉਹਦਾ ਜਸ, ਉਹਦੀ ਸ਼ੋਭਾ ਵੀ ਨਹੀਂ ਹੁੰਦੀ। ਅੰਦਨ ਧੰਦਾ ਵਿਆਪਿਆ, ਸੁਪਨੇ ਪੀ ਸੁਖ ਨਾਹੇ। ਉਹ ਦਿਨ ਰਾਤ ਧੰਦੇ ਦੇ ਵਿੱਚ ਹੀ ਖੁੱਭਿਆ ਰਹਿੰਦਾ, ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਹੀ ਮਸਤ ਹੋਇਆ ਰਹਿੰਦਾ। ਸੁਪਨੇ ਪੀ ਸੁਖ ਨਾਹੀ, ਉਹਨੂੰ ਸੁਪਨੇ ਦੇ ਅੰਦਰ ਵੀ ਕਦੇ ਆਤਮਕ ਸੁਖ ਨਹੀਂ ਨਸੀਬ ਹੁੰਦਾ। ਠੀਕ ਹੈ, ਦੁਨਿਆਵੀ ਸੁਖ ਤੇ ਮਨਮੁਖ ਲੈ ਸਕਦਾ ਹੈ, ਪਰ ਉਹਨੂੰ ਆਤਮਕ ਸੁਖ ਸੁਪਨੇ ਦੇ ਵਿੱਚ ਵੀ ਕਦੇ ਨਹੀਂ ਪ੍ਰਾਪਤ ਹੋ ਸਕਦਾ। ਨਾਨਕ ਗੁਰਮੁਖ ਹੋਵੇ ਹੈ ਤਾਂ ਉਬਰੈ ਹੈ, ਨਾਹੀਂ ਤਾਂ ਬੱਧੇ ਦੁੱਖ ਸਹਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਜੇ ਮਨਮੁਖ ਆਦਮੀ ਵੀ ਸੁਖ ਚਾਹੁੰਦੇ ਹਨ, ਵੀ ਸਾਨੂੰ ਆਤਮਕ ਸੁਖ ਮਿਲ ਜਾਵੇ, ਗੁਰਮੁਖ ਹੋਵੇ ਹੈ, ਫਿਰ ਉਹ ਵੀ ਗੁਰਮੁਖ ਬਣ ਜਾਣ,
ਉਹ ਵੀ ਗੁਰੂ ਦੇ ਅਨੁਸਾਰੀ ਹੋ ਜਾਣ ਤਾਂ ਉਹ ਬਚ ਸਕਦੇ ਨੇ। ਨਾਹੀਂ ਤਾਂ ਬੱਧੇ ਦੁੱਖ ਸਹਾਏ, ਨਹੀਂ ਤਾਂ ਭਾਈ ਇੱਥੇ ਵਿਕਾਰਾਂ ਦੇ ਬੱਝੇ ਹੋਏ ਤੇ ਅੱਗੇ ਜਮਾਂ ਦੇ ਬੱਝੇ ਹੋਏ ਹਮੇਸ਼ਾ ਲਈ ਦੁੱਖ ਸਹਾਰਦੇ ਰਹਿੰਦੇ ਹਨ। ਮਹੱਲਾ ਤੀਜਾ। ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਹੇ। ਹੁਣ ਪਹਿਲੇ ਸ਼ਲੋਕ ਵਿੱਚ ਮਨਮੁਖਾਂ ਦੀ ਹਾਲਤ ਬਿਆਨ ਕੀਤੀ ਸੀ। ਹੁਣ ਗੁਰਮੁਖਾਂ ਦੀ ਅਵਸਥਾ ਵਰਣਨ ਕਰਦੇ ਹਨ। ਗੁਰਮੁਖ ਸਦਾ ਦਰ ਸੋਹਣੇ, ਗੁਰਮੁਖ ਵਿਅਕਤੀ ਹਮੇਸ਼ਾ ਲਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੋਹਣੇ ਲੱਗਦੇ ਨੇ, ਸ਼ੋਭਾ ਪ੍ਰਾਪਤ ਕਰਦੇ ਹਨ। ਕਿਉਂ? ਗੁਰ ਕਾ ਸ਼ਬਦ ਕਮਾਹੇ, ਉਹ ਗੁਰੂ ਕਾ ਸ਼ਬਦ ਕਮਾਉਂਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਗੁਰ ਮੰਤਰ ਦਾ ਜਾਪ ਤੇ ਅਭਿਆਸ ਕਰਦੇ ਹਨ। ਅੰਤਰ ਸ਼ਾਂਤ ਸਦਾ ਸੁਖ, ਦਰ ਸੱਚਾ ਸ਼ੋਭਾ ਪਾਹੇ। ਉਹਨਾਂ ਗੁਰਮੁਖਾਂ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ, ਆਤਮਕ ਸ਼ਾਂਤੀ, ਤੇ ਸदैਵੀ ਸੁਖ ਵੀ ਉਹਨਾਂ ਨੂੰ ਆਤਮਕ ਸੁਖ ਵੀ ਮਿਲ ਜਾਂਦਾ। ਦਰ ਸੱਚਾ ਸ਼ੋਭਾ ਪਾਹੇ, ਫਿਰ ਉਹ ਵਾਹਿਗੁਰੂ ਦੇ ਸੱਚੇ ਦਰ ਸੱਚਖੰਡ ਦਰਬਾਰ ਦੇ ਵਿੱਚ ਵੀ ਸ਼ੋਭਾ ਪ੍ਰਾਪਤ ਕਰਦੇ ਹਨ। ਨਾਨਕ ਗੁਰਮੁਖ ਹਰ ਨਾਮ ਪਾਇਆ, ਸਹਿਜੇ ਸੱਚ ਸਮਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ। ਸਹਿਜੇ ਸੱਚ ਸਮਾਏ, ਇਸੇ ਲਈ ਉਹ ਸੁਤੇ ਸਿੱਧ ਹੀ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ ਨੇ, ਕਿਉਂਕਿ ਨਾਮ ਦੁਆਰਾ ਉਹਨਾਂ ਨੂੰ ਵਾਹਿਗੁਰੂ ਦੇ ਵਿੱਚ ਸਮਾਈ ਹਾਸਲ ਹੋ ਜਾਂਦੀ ਹੈ। ਪੌੜੀ। ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਵਾਲੇ ਹੋਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਲੋ ਸਤਿਗੁਰੂ ਪੁਰਾਣੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ। ਗੁਰਮੁਖ ਪ੍ਰਹਿਲਾਦ ਜਪ ਹਰਗਤ ਪਾਈ। ਭਈ ਵੇਖ ਲੋ, ਜਿਹੜਾ ਪ੍ਰਹਿਲਾਦ ਭਗਤ ਹੋਇਆ ਉਸਨੇ ਵੀ ਗੁਰੂ ਦੁਆਰਾ ਵਾਹਿਗੁਰੂ ਦਾ ਨਾਮ ਜਪ ਕੇ ਮੁਕਤੀ ਪ੍ਰਾਪਤ ਕੀਤੀ ਸੀ। ਪ੍ਰਹਿਲਾਦ ਹਰਨਾਕਸ਼ ਦਾ ਪੁੱਤਰ ਸੀ। ਹਰਨਾਕਸ਼ ਇੱਕ ਨਾਸਤਕ ਰਾਜਾ ਸੀ ਤੇ ਬੜਾ ਹੰਕਾਰੀ ਸੀ। ਇਸ ਨੇ ਪ੍ਰਹਿਲਾਦ ਭਗਤ ਨੂੰ ਵਾਹਿਗੁਰੂ ਦੇ ਨਾਮ ਜਪਣ ਤੋਂ ਸਖਤੀ ਨਾਲ ਵੀ ਰੋਕਣ ਦੀ ਕੋਸ਼ਿਸ਼ ਕੀਤੀ, ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ, ਪਰ ਵਾਹਿਗੁਰੂ ਨੇ ਹਰ ਪ੍ਰਕਾਰ ਰੱਖਿਆ ਕੀਤੀ ਸੀ। ਗੇਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਵਾਹਿਗੁਰੂ ਨੇ ਪ੍ਰਕਿਰਤੀ ਦਾ ਸੁਭਾਅ ਹੀ ਬਦਲ ਦਿੱਤਾ। ਨਾ ਤੇ ਇਸ ਨੂੰ ਪਹਾੜ ਨੇ ਚੋਟ ਪਹੁੰਚਾਈ, ਨਾ ਪਾਣੀ ਨੇ ਡੋਬਿਆ ਤੇ ਨਾ ਹੀ ਅੱਗ ਨੇ ਸਾੜਿਆ। ਤੇ ਉਸ ਪ੍ਰਹਿਲਾਦ ਭਗਤ ਨੇ ਵੀ ਗੁਰੂ ਦੁਆਰਾ ਨਾਮ ਜਪ ਕੇ ਮੁਕਤੀ ਪ੍ਰਾਪਤ ਕੀਤੀ ਸੀ। ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਜਿਹੜਾ ਜਨਕ ਰਾਜਾ ਹੋਇਆ, ਗਿਆਨਵਾਨ ਜਿਸ ਨੂੰ ਮੰਨਿਆ ਗਿਆ ਹੈ, ਉਸ ਨੇ ਵੀ ਗੁਰਮੁਖ ਗੁਰੂ ਦੁਆਰਾ ਹੀ ਹਰ ਨਾਮ ਲਿਵ ਲਾਈ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾਈ ਸੀ। ਭਾਵ ਜਿੰਨੇ ਵੀ ਪਹਿਲੇ ਭਗਤ ਮਹਾਂਪੁਰਖ ਬ੍ਰਹਮ ਗਿਆਨੀ ਹੋਏ ਨੇ, ਸਾਰਿਆਂ ਨੂੰ ਗੁਰੂ ਦੁਆਰਾ ਹੀ ਉੱਤਮ ਪਦਵੀ ਬ੍ਰਹਮ ਗਿਆਨ ਦੀ ਮੁਕਤੀ ਦੀ ਪ੍ਰਾਪਤ ਹੋਈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਵਾਲੇ ਹੋਣਾ ਚਾਹੀਦਾ ਹੈ। ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ। ਵੇਖ ਲਓ, ਜਿਹੜਾ ਗੁਰਮੁਖ ਵਸਿਸ਼ਟ, ਜਿਹੜਾ ਵਸਿਸ਼ਟ ਰਿਸ਼ੀ ਹੋਇਆ, ਜਿਹੜਾ ਰਾਮਚੰਦਰ ਜੀ ਦਾ ਗੁਰੂ ਵੀ ਸੀ, ਉਸ ਵਸਿਸ਼ਟ ਰਿਸ਼ੀ ਨੇ ਵੀ ਗੁਰਮੁਖ ਦਾ ਅਰਥ ਗੁਰੂ ਦੁਆਰਾ ਹੀ, ਗੁਰੂ ਅਨੁਸਾਰੀ ਹੋ ਕੇ ਹੀ ਅੱਗੇ ਹਰ ਉਪਦੇਸ਼ ਸੁਣਾਈ, ਅੱਗੇ ਵਾਹਿਗੁਰੂ ਦੇ ਨਾਮ ਜਪਣ ਦਾ ਉਪਦੇਸ਼ ਸਰਵਣ ਕਰਵਾਇਆ। ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ। ਅਥਵਾ ਜਿਹੜਾ ਵਸਿਸ਼ਟ ਰਿਸ਼ੀ ਹੋਇਆ ਹੈ, ਉਸਨੇ ਆਪ ਗੁਰੂ ਵਾਲਾ ਹੋ ਕੇ ਤੇ ਫਿਰ ਆਪ ਅੱਗੇ ਹਰ ਦਾ ਅਰਥ ਹੈ ਇੱਥੇ ਰਾਮਚੰਦਰ, ਜੋ ਵਿਸ਼ਨੂੰ ਜੀ ਦਾ ਅਵਤਾਰ ਹੋਏ ਨੇ। ਤੇ ਉਸ ਵਸਿਸ਼ਟ ਰਿਸ਼ੀ ਨੇ ਪਹਿਲਾਂ ਆਪ ਗੁਰੂ ਵਾਲਾ ਹੋ ਕੇ ਤੇ ਫਿਰ ਆਪ ਉਸਨੇ ਰਾਮਚੰਦਰ ਜੀ ਨੂੰ ਉਪਦੇਸ਼ ਸੁਣਾਇਆ ਸੀ। ਕਿਉਂਕਿ ਵਸਿਸ਼ਟ ਰਿਸ਼ੀ ਜੀ ਰਾਮਚੰਦਰ ਜੀ ਦੇ ਇਹ ਅਧਿਆਤਮਕ ਗੁਰੂ ਹੋਏ ਹਨ, ਤੇ ਉਹਨਾਂ ਵਸਿਸ਼ਟ ਰਿਸ਼ੀ ਨੇ ਵੀ
ਆਪ ਗੁਰੂ ਵਾਲੇ ਹੋ ਕੇ ਤੇ ਆਪ ਗੁਰੂ ਪਦਵੀ ਪ੍ਰਾਪਤ ਕਰਕੇ ਅੱਗੇ ਰਾਮਚੰਦਰ ਜੀ ਨੂੰ ਉਪਦੇਸ਼ ਸੁਣਾਇਆ ਸੀ। ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਸਲੀ ਤੱਤ ਦੀ ਗੱਲ ਸਮਝਾਉਂਦੇ ਹਨ। ਐ ਮੇਰੇ ਭਰਾਵੋ, ਬਿਨਾਂ ਗੁਰੂ ਤੋਂ ਚਾਹੇ ਕੋਈ ਅਵਤਾਰ ਸੀ, ਚਾਹੇ ਕੋਈ ਸੰਤ ਭਗਤ ਸੀ, ਚਾਹੇ ਕੋਈ ਮਹਾਂਪੁਰਖ ਸੀ, ਕਿਸੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਲੋ ਮੁੱਕਦੀ ਗੱਲ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਬਈ ਦੇਖ ਲੋ, ਜਿਹੜੇ ਹਰ ਵਿਸ਼ਨੂੰ ਇੱਕ ਦੇਵਤਾ ਹੋਇਆ ਤੇ ਉਸ ਨੇ ਵੀ ਗੁਰਮੁਖ ਹਰ ਭਗਤ, ਉਸ ਵਿਸ਼ਨੂੰ ਨੇ ਵੀ ਗੁਰੂ ਦੁਆਰਾ ਹੀ ਭਗਤੀ ਕੀਤੀ। ਤੇ ਹਰ ਦੂਸਰਾ ਸ਼ਿਵ ਜੀ ਇੱਕ ਦੇਵਤਾ ਹੋਇਆ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਜਿੱਥੇ ਵਿਸ਼ਨੂੰ ਨੇ ਗੁਰੂ ਦੁਆਰਾ ਵਾਹਿਗੁਰੂ ਦੀ ਭਗਤੀ ਕੀਤੀ, ਉੱਥੇ ਹਰ ਸ਼ਿਵ ਜੀ ਨੇ ਵੀ ਗੁਰੂ ਦੁਆਰਾ ਹੀ ਅੱਗੇ ਭਗਤੀ ਨੂੰ ਲਹਾਈ ਪ੍ਰਾਪਤ ਕੀਤਾ। ਇਹ ਅਰਥ ਪਿਛਲੇ ਪੌੜੀ ਦੇ ਪ੍ਰਕਰਨ ਅਨੁਸਾਰ ਮਹਾਂਪੁਰਖ ਕਰਦੇ ਸਨ ਵੀ ਵੱਡੇ ਵੱਡੇ ਦੇਵੀ ਦੇਵਤਿਆਂ ਨੂੰ ਵੀ ਗੁਰੂ ਵਾਲੇ ਹੋ ਕੇ ਭਗਤੀ ਪ੍ਰਾਪਤ ਹੋਈ ਸੀ। ਤੇ ਜਾਂ ਇਹਦਾ ਇਉਂ ਵੀ ਅਰਥ ਮਹਾਂਪੁਰਖ ਕਰਦੇ ਸਨ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਵੀ ਦੇਖ ਲੋ, ਗੁਰੂ ਨਾਨਕ ਸਾਹਿਬ ਭਾਵੇਂ ਆਪ ਪਰਮੇਸ਼ਰ ਰੂਪ ਸਤਿਗੁਰੂ ਸਨ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹਨਾਂ ਨੇ ਵੀ ਗੁਰੂ ਦੁਆਰਾ ਹੀ ਭਗਤੀ ਵਾਹਿਗੁਰੂ ਕੋਲੋਂ ਪ੍ਰਾਪਤ ਕੀਤੀ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਸੁਲਤਾਨਪੁਰ ਬਈ ਨਦੀ ਵਿੱਚ ਚੁੱਭੀ ਲਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਵਿੱਚ ਗਏ ਤੇ ਉੱਥੇ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਨ ਕਰਕੇ ਤੇ ਫੇਰ ਵੇਖ ਲੋ ਅੱਗੇ ਗੁਰ ਮੰਤਰ ਵਾਹਿਗੁਰੂ ਮੰਤਰ ਪ੍ਰਾਪਤ ਕੀਤਾ, ਫਿਰ ਉਹਦੀ ਕਮਾਈ ਕੀਤੀ, ਫਿਰ ਅੱਗੇ ਦੁਨੀਆ ਦੇ ਵਿੱਚ ਉਸ ਨੂੰ ਵੰਡਿਆ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਦੇਖ ਲੋ ਵੀ ਪਰਮੇਸ਼ਰ ਰੂਪ ਸਤਿਗੁਰੂ ਨੇ ਵੀ ਗੁਰੂ ਦੁਆਰਾ ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਨ ਕਰਕੇ ਤੇ ਉਹਦੇ ਕੋਲੋਂ ਵਾਹਿਗੁਰੂ ਦੀ ਭਗਤੀ ਦੀ ਦਾਤ ਪ੍ਰਾਪਤ ਕੀਤੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨ ਲਾਗੋ ਭਾਉ। ਹੁਣ ਅੱਗੇ ਫੇਰ ਮਨਮੁਖਾਂ ਦੀ ਹਾਲਤ ਸਤਿਗੁਰੂ ਬਿਆਨ ਕਰਦੇ ਹਨ। ਮਨਮੁਖ ਆਦਮੀ ਨੂੰ ਸਤਿਗੁਰੂ ਦੀ ਪ੍ਰਤੀਤ ਨਹੀਂ ਆਈ, ਭਾਵ ਉਸ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਚ ਸਕਿਆ। ਸ਼ਬਦ ਨਾ ਲਾਗੋ ਭਾਉ, ਨਾ ਹੀ ਗੁਰੂ ਸ਼ਬਦ ਨਾਲ ਉਸ ਦਾ ਪ੍ਰੇਮ ਲੱਗਿਆ ਹੈ। ਉਸ ਨੂੰ ਸੁਖ ਨਾ ਉਪਜੈ, ਭਾਵੈ ਸੌ ਗੇੜਾ ਆਵੋ ਜਾਓ। ਜਿਹਨੂੰ ਸਤਿਗੁਰੂ ਤੇ ਭਰੋਸਾ ਹੀ ਨਹੀਂ ਪੈਦਾ ਹੋਇਆ, ਗੁਰੂ ਸ਼ਬਦ ਨਾਲ ਪਿਆਰ ਹੀ ਨਹੀਂ ਜੁੜਿਆ, ਉਸ ਨੂੰ ਕਦੇ ਵੀ ਆਤਮਿਕ ਸੁਖ ਨਹੀਂ ਪੈਦਾ ਹੋ ਸਕਦਾ। ਭਾਵੇਂ ਉਹ ਸੈਂਕੜੇ ਵਾਰ ਗੁਰੂ ਦੇ ਕੋਲ ਆਉਂਦਾ ਜਾਂਦਾ ਰਵੇ, ਗੇੜੇ ਲਾਉਂਦਾ ਰਵੇ, ਪਰ ਉਹਨੂੰ ਆਤਮਿਕ ਸੁਖ ਨਹੀਂ ਮਿਲ ਸਕਦਾ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉ ਲਿਵ ਲਾਓ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਿਆ ਰਹਿੰਦਾ। ਨਾਨਕ ਗੁਰਮੁਖ ਸਹਿਜ ਮਿਲੇ। ਗੁਰਮੁਖ ਵਿਅਕਤੀ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਿਆ ਰਹਿੰਦਾ। ਕਿਵੇਂ? ਸੱਚੇ ਸਿਉ ਲਿਵ ਲਾਓ। ਉਹ ਸੱਚੇ ਵਾਹਿਗੁਰੂ ਦੇ ਨਾਲ ਆਪਣੀ ਲਿਵ ਜੋੜੀ ਰੱਖਦਾ। ਜਿਸ ਦੀ ਲਿਵ ਉਸ ਵਾਹਿਗੁਰੂ ਦੇ ਨਾਲ ਜੁੜ ਗਈ ਤੇ ਉਹ ਸੁਤੇ ਸਿੱਧ ਹੀ ਉਸ ਨੂੰ ਮਿਲਿਆ ਰਹਿੰਦਾ ਹੈ। ਮਹੱਲਾ ਤੀਜਾ। ਏ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਐ ਜਨ ਮਰਨ ਦੁਖ ਜਾਏ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਐ ਮਨਾ, ਤੂੰ ਐਸਾ ਸਤਿਗੁਰੂ ਭਾਲ ਲੈ, ਇਹੋ ਜਿਹੇ ਸਤਿਗੁਰੂ ਦੀ ਤਲਾਸ਼ ਕਰ ਲੈ, ਜਿਤ ਸੇਵਿਐ, ਜਿਸ ਦੀ ਸੇਵਾ ਕਰਨ ਦੇ ਨਾਲ ਜਨਮ ਮਰਨ ਦੁੱਖ ਜਾਏ, ਜਨਮ ਮਰਨ ਦਾ ਦੁੱਖ ਚਲਿਆ ਜਾਵੇ। ਸਹਿਸਾ ਮੂਲ ਨਾ ਹੋਵੇ, ਹਉਮੈ ਸ਼ਬਦ ਜਲਾਏ। ਜੇ ਤੂੰ ਪੂਰੇ ਸੱਚੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਸਾੜ ਦੇਵੇਂ, ਸਹਿਸਾ ਮੂਲ ਨਾ ਹੋਵੇ, ਫਿਰ ਤੈਨੂੰ ਬਿਲਕੁਲ ਪ੍ਰਮਾਣ ਪਰਮੇਯ ਗਤ ਰੂਪ ਸੰਸਾ ਵੀ ਨਹੀਂ ਹੋਵੇਗਾ।
ਅਥਵਾ ਸਹਿਸਾ ਮੂਲ ਨਾ ਹੋਵੇ। ਤੇਰੀ ਮੁਕਤੀ ਵਿੱਚ ਕੋਈ ਸੰਸਾ ਨਹੀਂ ਹੋਵੇਗਾ। ਤੇਰੀ ਮੁਕਤੀ ਵਿੱਚ ਉੱਕਾ ਹੀ ਸੰਸਾ ਨਹੀਂ ਹੋਵੇਗਾ ਜੇ ਤੂੰ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਸਾੜ ਦੇਵੇਂ। ਕੂੜੈ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ। ਲੋ ਹਜ਼ੂਰ ਕਹਿੰਦੇ ਨੇ, ਐ ਮਨਾ, ਜਦੋਂ ਗੁਰੂ ਸ਼ਬਦ ਦੀ ਕਮਾਈ ਕਰਕੇ ਤੇਰੇ ਹਿਰਦੇ ਵਿੱਚੋਂ ਝੂਠ ਦੀ ਪਾਲ ਕੰਧ ਨਿਕਲ ਜਾਵੇਗੀ, ਉਸ ਕੂੜ ਦੀ ਕੰਧ ਢਹਿ ਜਾਵੇਗੀ, ਸੱਚ ਵਸੈ ਮਨ ਆਏ, ਫਿਰ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਤੇਰੇ ਮਨ ਦੇ ਵਿੱਚ ਵਸ ਜਾਵੇਗਾ। ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ, ਜਦੋਂ ਸੱਚੇ ਸੰਜਮ ਗੁਰੂ ਦੇ ਬਖਸ਼ੇ ਸਾਧਨ ਦੁਆਰਾ, ਗੁਰੂ ਦੇ ਬਖਸ਼ੇ ਤਰੀਕੇ ਨਾਲ ਸੱਚ ਸੰਜਮ ਸੱਚੀ ਗੁਰੂ ਦੀ ਜੁਗਤੀ ਦੁਆਰਾ ਕਾਰ ਕਮਾਏ, ਤੂੰ ਸੇਵਾ ਸਿਮਰਨ ਦੀ ਕਾਰ ਕਰੇਗਾ, ਭਾਉ ਭਗਤੀ ਦੀ ਕਾਰ ਕਰੇਗਾ। ਅੰਤਰ ਸ਼ਾਂਤ ਮਨ ਸੁਖ ਹੋਏ, ਫਿਰ ਤੇਰੇ ਅੰਦਰ ਵੀ ਸ਼ਾਂਤੀ ਵਰਤ ਜਾਵੇਗੀ ਤੇ ਤੇਰੇ ਮਨ ਦੇ ਵਿੱਚ ਆਤਮਿਕ ਸੁਖ ਪ੍ਰਗਟ ਹੋ ਜਾਵੇਗਾ। ਨਾਨਕ ਪੂਰੈ ਕਰਮ ਸਤਿਗੁਰ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਨਾਨਕ ਪੂਰਾ ਕਰਮ ਸਤਿਗੁਰ ਮਿਲੈ। ਪੂਰੇ ਭਾਗਾਂ ਦੇ ਨਾਲ ਪੂਰਾ ਸਤਿਗੁਰੂ ਮਿਲਦਾ ਹੈ, ਪੂਰੇ ਭਾਗਾਂ ਦੇ ਨਾਲ ਹੀ ਪੂਰਾ ਸਤਿਗੁਰੂ ਮਿਲਦਾ ਹੈ। ਪਰ ਨਾਲ ਸਤਿਗੁਰੂ ਕਹਿੰਦੇ ਨੇ ਹਰਿ ਜੀਉ ਕਿਰਪਾ ਕਰੇ ਰਜਾਏ। ਜਦੋਂ ਉਹ ਰਜ਼ਾ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਵੀ ਨਾਲ ਕਿਰਪਾ ਕਰ ਦੇਵੇ, ਜੀਉ ਸਤਿਕਾਰ ਦਾ ਬੋਧਕ ਹੈ, ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਵੀ ਕਿਰਪਾ ਕਰ ਦਿੰਦੇ ਹਨ ਤੇ ਭਾਗ ਵੀ ਪੂਰੇ ਹੋਣ ਤੇ ਨਾਲ ਵਾਹਿਗੁਰੂ ਦੀ ਮਿਹਰ ਵੀ ਹੋਵੇ, ਤਾਂ ਹੀ ਪੂਰਾ ਸਤਿਗੁਰੂ ਮਿਲਦਾ ਹੈ। ਪੌੜੀ ਜਿਸ ਕੈ ਕਰ ਦੀਵਾਨ ਹਰ ਹੋਵੈ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਜਿਵੇਂ ਕੋਈ ਹਾਕਮ ਹੁੰਦਾ, ਕੋਈ ਅਹਿਲਕਾਰ ਹੁੰਦਾ, ਕਿਸੇ ਪਾਤਸ਼ਾਹ ਦਾ ਦੀਵਾਨ ਹੁੰਦਾ ਹੈ, ਉਸਨੂੰ ਦੀਵਾਨ ਰੂਪ ਦੇ ਵਿੱਚ ਵਰਣਨ ਕਰਦੇ ਹਨ। ਜਿਸ ਕੈ ਘਰ ਦੀਵਾਨ ਹਰ ਹੋਵੇ, ਜਿਸ ਦੇ ਘਰ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਦੀਵਾਨ ਬਣ ਕੇ, ਹਾਕਮ ਬਣ ਕੇ ਆ ਕੇ ਬੈਠ ਜਾਂਦਾ ਹੈ। ਤਿਸ ਕੀ ਮੁੱਠੀ ਵਿੱਚ ਜਗ ਸਭ ਆਇਆ, ਫਿਰ ਉਸ ਦੀ ਮੁੱਠੀ ਵਿੱਚ ਸਾਰਾ ਸੰਸਾਰ ਆ ਜਾਂਦਾ ਹੈ। ਤਿਸ ਕੋ ਤਲ ਕੀ ਕਿਸੈ ਦੀ ਨਾਹੀ ਹਰ ਦੀ ਬਾਣ ਸਭ ਆਣ ਪੈਰੀ ਪਾਇਆ। ਉਸ ਨੂੰ ਫਿਰ ਕਿਸੇ ਦੀ ਵੀ, ਤਲਕੀ ਦਾ ਅਰਥ ਹੈ ਮੁਥਾਜੀ, ਕਿਸੇ ਦੀ ਕਾਨ ਕਨੌੜ ਨਹੀਂ ਰਹਿ ਜਾਂਦੀ। ਕਿਸੇ ਦੀ, ਤਲਕੀ ਦਾ ਅਰਥ ਹੈ ਮੁਥਾਜੀ, ਤਲਕੀ ਦਾ ਅਰਥ ਹੈ ਕਾਨ ਕਨੌੜ। ਉਸ ਨੂੰ ਕਿਸੇ ਦੀ ਫਿਰ ਕਾਨ ਕਨੌੜ ਨਹੀਂ ਰਹਿ ਜਾਂਦੀ। ਕਿਉਂ? ਹਰ ਦੀ ਬਾਣ ਸਭ ਆਣ ਪੈਰੀ ਪਾਇਆ। ਉਸ ਵਾਹਿਗੁਰੂ ਦੀ ਬਾਣ ਨੇ, ਉਸ ਹਾਕਮ ਵਾਹਿਗੁਰੂ ਪਰਮੇਸ਼ਰ ਨੇ ਸਭ ਨੂੰ ਲਿਆ ਕੇ ਉਸ ਭਗਤ ਦੇ ਮਹਾਂਪੁਰਖ ਦੇ ਚਰਨੀ ਪਾ ਦਿੱਤਾ। ਜਿਵੇਂ ਕੋਈ ਸਰਕਾਰੀ ਹਾਕਮ ਹੋਵੇ ਨਾ, ਤੇ ਉਹ ਸਾਰੇ ਲੋਕਾਂ ਨੂੰ ਕਹਿ ਕੇ ਬਈ ਅੱਜ ਤੋਂ ਤੁਹਾਡਾ ਇਹ ਸਰਪੰਚ ਹੈ, ਇਹ ਤੁਹਾਡਾ ਪ੍ਰਧਾਨ ਹੈ, ਇਹ ਤੁਹਾਡਾ ਮੁਖੀ ਹੈ, ਤੁਸੀਂ ਇਹਦੀ ਗੱਲ ਮੰਨਣੀ ਹੈ। ਤੇ ਸਰਕਾਰੀ ਹਾਕਮ ਦੀ ਗੱਲ ਨੂੰ ਸਾਰਿਆਂ ਨੂੰ ਮੰਨਣਾ ਪੈਂਦਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਆਪ ਹਾਕਮ ਬਣ ਕੇ ਤੇ ਸਾਰੇ ਵਿਰੋਧੀਆਂ ਨੂੰ ਵੀ ਉਹਨਾਂ ਦੇ ਲਿਆ ਕੇ ਚਰਨੀ ਪਾ ਦਿੱਤਾ। ਮਾਨਸਾ ਕਿਉਂ ਦੀ ਬਾਣੋ ਕੋਈ ਨਸ ਭੱਜ ਨਿਕਲੈ ਹਰ ਦੀ ਬਾਣੋ ਕੋਈ ਕਿੱਥੇ ਜਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੀਆਂ ਲੋਕਾਂ ਦੀਆਂ ਦੀਵਾਨੋਂ ਦਾ ਅਰਥ ਕਚਹਿਰੀਆਂ ਨੇ, ਜਿਹੜੀਆਂ ਲੋਕ ਅਦਾਲਤਾਂ ਨੇ, ਮਾਨਸਾ ਕਿਉਂ ਦੀਵਾਨੋ, ਇਹਨਾਂ ਮਨੁੱਖਾਂ ਦੇ ਬਣਾਏ ਜਿਹੜੇ ਕੋਈ ਅੱਗੇ ਨਿਆਂ ਦੇ ਅਸਥਾਨ ਨੇ, ਇਹਨਾਂ ਕੋਰਟ ਕਚਹਿਰੀਆਂ ਦੇ ਵਿੱਚੋਂ ਕੋਈ ਨੱਸ ਭੱਜ ਕੇ ਨਿਕਲ ਵੀ ਸਕਦਾ। ਕਿਉਂਕਿ ਜਿਹੜੇ ਵੱਡੇ ਲੋਕ ਹੁੰਦੇ ਨੇ ਉਹ ਸਿਫਾਰਸ਼ਾਂ ਕਰ ਕਰਕੇ ਵਿੱਚੇ ਜੱਜਾਂ ਨੂੰ ਰਿਸ਼ਵਤ ਦੇ ਦੇ ਕੇ ਉਹ ਨਿਕਲ ਜਾਂਦੇ ਨੇ। ਜਿਹੜੇ ਮਨੁੱਖ ਦੇ ਕੋਈ ਦੀਵਾਨ ਨੇ, ਇਸ ਮਨੁੱਖਾਂ ਦੀਆਂ ਅਦਾਲਤਾਂ ਨੇ, ਇਹਨਾਂ ਵਿੱਚੋਂ ਕੋਈ ਆਦਮੀ ਨੱਸ ਭੱਜ ਕੇ ਨਿਕਲ ਸਕਦਾ ਹੈ। ਹਰ ਦੀ ਬਾਣੋਂ ਕੋਈ ਕਿੱਥੇ ਜਾਇਆ, ਪਰ ਉਸ ਵਾਹਿਗੁਰੂ ਦੀ ਦਰਗਾਹੀ ਕਚਹਿਰੀ ਚੋਂ ਕੋਈ ਭੱਜ ਕੇ ਕਿੱਥੇ ਜਾ ਸਕਦਾ? ਨਹੀਂ ਜਾ ਸਕਦਾ।
ਇੱਥੇ ਲੋਕ ਭਾਵੇਂ ਲੋਕ ਅਦਾਲਤਾਂ ਵਿੱਚੋਂ ਦੋਸ਼ੀ ਆਦਮੀ ਬਰੀ ਹੋ ਸਕਦੇ ਨੇ, ਪਰ ਵਾਹਿਗੁਰੂ ਦੀ ਦਰਗਾਹੀ ਕਚਹਿਰੀ ਵਿੱਚ ਉਹਨਾਂ ਨੂੰ ਸਜ਼ਾ ਜ਼ਰੂਰ ਭੁਗਤਣੀ ਪੈਂਦੀ ਹੈ। ਸੋ ਐਸਾ ਹਰਿ ਦੀ ਬਾਣ ਵਸਿਆ ਭਗਤਾਂ ਕੈ ਹਿਰਦੈ, ਤਿਨ ਰਹਿੰਦੇ ਖੋਹਦੇ ਆਣ ਸਭ ਭਗਤਾਂ ਅੱਗੇ ਖਲੋਵਾਇਆ। ਸੋ ਐਸਾ ਹਰਿ ਦੀ ਬਾਣ, ਉਹ ਐਸਾ ਵਾਹਿਗੁਰੂ ਪਰਮੇਸ਼ਰ ਹਾਕਮ ਹੈ। ਵਸਿਆ ਭਗਤਾਂ ਕੈ ਹਿਰਦੈ, ਉਹ ਭਗਤਾਂ ਦੇ ਹਿਰਦੇ ਵਿੱਚ ਆ ਕੇ ਵਸ ਗਿਆ। ਤਿਨ ਰਹਿੰਦੇ ਖੋਹਦੇ ਆਣ, ਉਸ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਕੋਈ ਰਹਿੰਦੇ ਖੋਹਦੇ ਕੋਈ ਹੋਰ ਗੁਰੂ ਘਰ ਦੇ ਵਿਰੋਧੀ ਸਨ ਤੇ ਉਹਨਾਂ ਨੂੰ ਵੀ ਲਿਆ ਕੇ ਸਭ ਭਗਤਾਂ ਅੱਗੇ ਖਲਵਾਇਆ ਤੇ ਸਾਰਿਆਂ ਨੂੰ ਭਗਤਾਂ ਦੇ ਅੱਗੇ ਖੜੇ ਕਰ ਦਿੱਤਾ। ਲਓ ਵੀ ਹੁਣ ਤੁਸਾਂ ਇਹਨਾਂ ਦਾ ਹੁਕਮ ਮੰਨਣਾ। ਜੇ ਤੁਸੀਂ ਹੁਣ ਇਹਨਾਂ ਦੇ ਨਾਲ ਕੋਈ ਜ਼ਿਆਦਤੀ ਕੀਤੀ ਜਾਂ ਇਹਨਾਂ ਦੀ ਆਗਿਆ ਨੂੰ ਨਾ ਮੰਨਿਆ ਤੇ ਫਿਰ ਤੁਹਾਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਇਉਂ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਆਪਣੇ ਭਗਤਾਂ ਦੇ ਵਿਰੋਧੀ ਸਨ ਤੇ ਉਹਨਾਂ ਨੂੰ ਵੀ ਲਿਆ ਕੇ ਉਹਨਾਂ ਦੇ ਅੱਗੇ ਖੜੇ ਕਰ ਦਿੱਤਾ। ਹਰਿ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ, ਗੁਰਮੁਖ ਵਿਰਲੇ ਕਿਨੈ ਧਿਆਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰਿ ਨਾਵੈ ਕੀ ਵਡਿਆਈ, ਵਾਹਿਗੁਰੂ ਦੇ ਨਾਮ ਦੀ ਵਡਿਆਈ ਸਭ ਤੋਂ ਉੱਤਮ ਵਡਿਆਈ ਹੈ। ਕਰਮ ਪ੍ਰਾਪਤ ਹੋਵੇ, ਪਰ ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲਦੀ ਹੈ। ਵਾਹਿਗੁਰੂ ਦੇ ਨਾਮ ਦੀ ਵਡਿਆਈ ਵਾਹਿਗੁਰੂ ਦੀ ਮਿਹਰ ਦੇ ਨਾਲ ਪ੍ਰਾਪਤ ਹੁੰਦੀ ਹੈ। ਗੁਰਮੁਖ ਵਿਰਲੇ ਕਿਨੈ ਧਿਆਇਆ, ਕਿਸੇ ਵਿਰਲੇ ਹੀ ਗੁਰਮੁਖ ਪਿਆਰੇ ਨੇ ਗੁਰੂ ਅਨਸਾਰੀ ਹੋ ਕੇ ਤੇ ਗੁਰੂ ਦੇ ਸਨਮੁਖ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਤੇ ਜਿਹਨੇ ਗੁਰੂ ਵਾਲਾ ਹੋ ਕੇ ਤੇ ਗੁਰੂ ਦੇ ਅਨਸਾਰੀ ਹੋ ਕੇ ਗੁਰੂ ਦੇ ਸਨਮੁਖ ਹੋ ਕੇ ਨਾਮ ਨੂੰ ਧਿਆਇਆ ਹੈ ਔਰ ਉਹਦੀ ਲੋਕ ਤੇ ਪਰਲੋਕ ਦੇ ਵਿੱਚ ਸ਼ੋਭਾ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਇੱਕ ਸ਼ਲੋਕ ਜਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਵੀ ਆਇਆ ਹੈ। ਇਹ ਸਾਰੇ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਵਿਚਾਰ ਆਪ ਸੰਗਤਾਂ ਨੇ ਸੁਣੀ ਹੈ। ਇਹਨੂੰ ਆਪਾਂ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੋ ਐਸਾ ਹਰਿ ਦੀ ਬਾਣ ਵਸਿਆ ਭਗਤਾਂ ਕੈ ਹਿਰਦੈ, ਤਿਨ ਰਹਿੰਦੇ ਖੋਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰਿ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ, ਗੁਰਮੁਖ ਵਿਰਲੇ ਕਿਨੈ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।